ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਬਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵਹੋ, ਇਹੋ ਸੱਚੀ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਰ ਹਲੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਰ ਹਲੇ ਮਨ ਪਰਦੇਸੀਆ, ਕਿਉ ਮਿਲਿਐ ਹਰ ਮਾਏ। ਗੁਰ ਭਾਗ ਪੂਰੈ ਪਾਇਆ, ਗਲ ਮਿਲਿਆ ਪਿਆਰਾ ਆਏ। ਕਰ ਹਲੇ ਮਨ ਪਰਦੇਸੀਆ, ਕਿਉ ਮਿਲਿਐ ਹਰ ਮਾਏ। ਗੁਰ ਭਾਗ ਪੂਰੈ ਪਾਇਆ, ਗਲ ਮਿਲਿਆ ਪਿਆਰਾ ਆਏ। ਮਨ ਕਰ ਹਲਾ ਸਤਿਗੁਰ ਪੁਰਖ ਧਿਆਏ। ਰਹਾਉ ਮਨ ਕਰ ਹਲਾ ਵਿਚਾਰੀਆ, ਹਰ ਰਾਮ ਨਾਮ ਧਿਆਏ। ਜਿਥੈ ਲੇਖਾ ਮੰਗੀਐ, ਹਰ ਆਪੇ ਲਏ ਛੁਡਾਏ। ਮਨ ਕਰ ਹਲਾ ਅਤ ਨਿਰਮਲਾ, ਮਲ ਲਾਗੀ ਹਉਮੈ ਆਏ। ਪ੍ਰਤੱਖ ਪਿਰ ਘਰ ਨਾਲ ਪਿਆਰਾ, ਵਿਛੜ ਚੋਟਾਂ ਖਾਏ। ਮਨ ਕਰ ਹਲਾ ਮੇਰੇ ਪ੍ਰੀਤਮਾ, ਹਾਰ ਹਿਰਦੈ ਭਾਲ ਪਾਲਾਏ। ਉਪਾਏ ਕਿਤੈ ਨ ਲੱਭਈ, ਗੁਰ ਹਿਰਦੈ ਹਰ ਦਿਖਾਏ। ਮਨ ਕਰ ਹਲਾ ਮੇਰੇ ਪ੍ਰੀਤਮਾ, ਦਿਨ ਰੈਣ ਹਰ ਲਿਵ ਲਾਏ। ਘਰ ਜਾਏ ਪਾਵਹਿ ਰੰਗ ਮਹਿਲੀ, ਗੁਰ ਮੇਲੇ ਹਰ ਮਿਲਾਏ। ਮਨ ਕਰ ਹਲਾ ਤੂੰ ਮੀਤ ਮੇਰਾ, ਪਾਖੰਡ ਲੋਭ ਤਜਾਏ। ਪਾਖੰਡ ਲੋਭੀ ਮਾਰੀਐ, ਜਮ ਡੰਡ ਦੇ ਸਜਾਏ। ਮਨ ਕਰ ਹਲਾ ਮੇਰੇ ਪ੍ਰਾਨ ਤੂੰ, ਮੈਲ ਪਾਖੰਡ ਭਰਮ ਗਵਾਏ। ਹਰ ਅੰਮ੍ਰਿਤ ਸਰ ਗੁਰ ਪੂਰਿਆ, ਮਿਲ ਸੰਗਤੀ ਮਾਲ ਲਹਿ ਜਾਏ। ਮਨ ਕਰ ਹਲਾ ਮੇਰੇ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣਾਏ। ਇਹੋ ਮੋਹ ਮਾਇਆ ਪਸਰਿਆ, ਅੰਤ ਸਾਥ ਨਾ ਕੋਈ ਜਾਏ। ਮਨ ਕਰ ਹਲਾ ਮੇਰੇ ਸਾਜਨਾ, ਹਰ ਖਰਚ ਲਿਆ ਪਤ ਪਾਏ। ਹਰ ਦਰਗਹਿ ਪਹਿਨਾਇਆ, ਹਰ ਆਪ ਲਿਆ ਗਲ ਲਾਈ। ਮਨ ਕਰ ਹਲਾ ਗੁਰ ਮੰਨਿਆ, ਗੁਰਮੁਖ ਕਾਰ ਕਮਾਈ। ਗੁਰ ਆਗੈ ਕਰ ਜੋਦੜੀ, ਜਨ ਨਾਨਕ ਹਰ ਮਿਲਾਈ। ਮਨ ਕਰ ਹਲਾ ਗੁਰ ਮੰਨਿਆ,
ਗੁਰਮੁਖ ਕਾਰ ਕਰਾਏ। ਗੁਰ ਆਗੈ ਕਰ ਜੋਦੜੀ, ਜਨ ਨਾਨਕ ਹਰਿ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ, ਕਿਰਪਾ ਸਦਕਾ ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਜੋ ਕਿ ਹਰ ਰੋਜ਼ ਗੁਰੂ ਦੀ ਬਾਣੀ ਦੀ ਵਿਚਾਰ ਲੜੀਵਾਰ ਹੋ ਰਹੀ ਹੈ ਕਾਫੀ ਸਮੇਂ ਤੋਂ। ਅੱਜ ਗੌੜੀ ਰਾਗ ਦੇ ਅੰਦਰ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ। 234 ਅੰਗ ਤੇ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ। ਰਾਗ ਗੌੜੀ ਦੀ ਪੂਰਬੀ ਜਾਤੀ ਵਿੱਚ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਰ ਹਲੇ ਛੰਦ ਦੀ ਚਾਲ ਦੁਆਰਾ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਕਰ ਹਲੇ ਛੰਦ ਦੀ ਚਾਲ ਦੁਆਰਾ ਉਚਾਰਨ ਕਰਦੇ ਹਨ। ਕਰ ਹਲੇ ਕਿਹਾ ਹੈ ਬੇਮੁਹਾਰਾ ਸੂਤਰ, ਬੇਮੁਹਾਰਾ ਉੱਠ, ਜੋ ਮੁਹਾਰ ਨਾਲ ਬਸ ਕਰੀਦਾ ਹੈ। ਜੀਵ ਦੇ ਤਾਈਂ ਉਪਦੇਸ਼ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਤ ਸੰਗਤ ਵੱਲ ਜਾਣਾ ਕਰ, ਉਦਮ ਕਰ। ਮਹਾਰਾਜ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ, ਕਰ ਹਲੇ ਮਨ ਪਰਦੇਸੀਆ, ਕਿਉਂ ਮਿਲਿਆ ਹਰਿ ਮਾਏ। ਮਹਾਰਾਜ ਜੀ ਸਮਝਾ ਰਹੇ ਹਨ ਕਿ ਹੇ ਮੇਰੇ ਪਰਦੇਸੀਆ ਭਰਾਏ, ਦੇਸ ਭਾਵ ਸਰੂਪ ਦੇਸ਼ ਤੋਂ ਪਰੇ ਰਹਿਣ ਵਾਲੇ, ਕਰ ਹਲੇ ਬੇਮੁਹਾਰੇ ਉੱਠਦੀ ਨਿਆਈ ਮਨਾ। ਮਾਤਾ ਰੂਪ ਕਿ ਮਾਏ ਮਾਇਆ ਭਾਵ ਕਿਰਪਾ ਕਰਨ ਵਾਲੇ ਪਰਮੇਸ਼ਰ ਨੂੰ ਕਿਉਂ ਮਿਲਿਆ, ਕਿ ਕਿਵੇਂ ਮਿਲਣਾ ਕਰੀਏ। ਮਾਤਾ ਦੀ ਨਿਆਈ ਗੁਰਮੁਖ ਸਖੀਆਂ ਬ੍ਰਹਮ ਬੇਤੇ ਮਹਾਂਪੁਰਖ ਹਨ, ਉਹਨਾਂ ਦੇ ਕੋਲ ਪਰਦੇਸੀ ਮਨਾ ਜਾ ਕੇ ਪੁੱਛਣਾ ਕਰ ਕਿ ਹਰੀ ਦੇ ਤਾਈਂ ਕਿਵੇਂ ਮਿਲਣਾ ਕਰੀਏ, ਕਿਹੜੇ ਉਦਮ ਕਰਕੇ ਮਿਲਣਾ ਕਰੀਏ। ਕਰ ਹਲੇ ਮਨ ਪਰਦੇਸੀਆ, ਕਿਉਂ ਮਿਲਿਆ ਹਰਿ ਮਾਏ। ਮਹਾਰਾਜ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ, ਹੇ ਮੇਰੇ ਪਰਦੇਸੀਆ, ਪਰਾਏ ਦੇਸ ਭਾਵ ਸਰੂਪ ਦੇਸ਼ ਤੋਂ ਪਰੇ ਰਹਿਣ ਵਾਲੇ, ਕਰ ਹਲੇ ਬੇਮੁਹਾਰੇ ਉੱਠਦੀ ਨਿਆਈ ਮਨਾ। ਮਾਤਾ ਭਾਵ ਮਾਇਆ ਭਾਵ ਕਿਰਪਾ ਕਰਨ ਵਾਲੇ ਪਰਮੇਸ਼ਰ ਨੂੰ ਕਿਵੇਂ ਮਿਲਣਾ ਕਰੀਏ। ਗੁਰ ਭਾਗ ਪੂਰੈ ਪਾਇਆ, ਗਲ ਮਿਲਿਆ ਪਿਆਰਾ ਆਏ। ਕਿ ਹੇ ਮਨਾ ਵੇਖਣਾ ਕਰ, ਪੂਰਿਆਂ ਭਾਗਾਂ ਕਰਕੇ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕੀਤਾ ਹੈ। ਗੁਰ ਭਾਗ ਪੂਰੈ ਪਾਇਆ
ਕਿ ਹੇ ਮਨਾ ਵੇਖਣਾ ਕਰ ਪੂਰਿਆਂ ਭਾਗਾਂ ਕਰਕੇ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕੀਤਾ ਹੈ। ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੁਰੂ ਦੀ ਸ਼ਰਨ ਵਿੱਚ ਆਇਆ ਹੈ, ਗੁਰੂ ਧਾਰਨ ਕੀਤਾ ਹੈ, ਗੁਰੂ ਪਾਉਣਾ ਕੀਤਾ ਹੈ, ਗਲ ਮਿਲਿਆ ਪਿਆਰਾ ਆਏ, ਉਹਨਾਂ ਨੂੰ ਪਿਆਰਾ ਪਰਮੇਸ਼ਰ ਆ ਕੇ ਗਲ ਨਾਲ ਮਿਲ ਪਿਆ ਹੈ। ਕਿ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਪਿਆਰਾ ਪਰਮੇਸ਼ਰ ਆ ਕੇ ਗਲ ਮਿਲਿਆ, ਕਿ ਗਲ ਨਾਲ ਮਿਲ ਪਿਆ ਹੈ। ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪੂਰਨ ਸਤਿਗੁਰਾਂ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਪਿਆਰਾ ਪਰਮੇਸ਼ਰ ਨਿਰਗੁਣ ਸਰੂਪ ਵਿੱਚ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਆ ਕੇ ਮਿਲ ਗਿਆ ਹੈ। ਸਰਗੁਣ ਸਰੂਪ ਵਿੱਚ ਤਾਂ ਪ੍ਰਤੱਖ ਹੀ ਗਲ ਨਾਲ ਲਾ ਕੇ ਮਿਲ ਪੈਂਦਾ ਹੈ। ਕਿ ਉਹਨਾਂ ਨੂੰ ਪਿਆਰਾ ਪਰਮੇਸ਼ਰ ਨਿਰਗੁਣ ਸਰੂਪ ਵਿੱਚ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਆ ਕੇ ਮਿਲ ਗਿਆ ਹੈ। ਮਨ ਕਰ ਹਲਾ ਸਤਿਗੁਰ ਪੁਰਖ ਧਿਆਇਆ, ਹੇ ਮੇਰੇ ਕਰ ਹਲਾ ਬੇਮੁਹਾਰੇ ਉੱਠਦੀ ਨਿਆਈ ਮਨਾ, ਪੂਰਨ ਸਤਿਗੁਰਾਂ ਨੂੰ ਧਿਆਉਣਾ ਕਰ। ਮਨ ਕਰ ਹਲਾ ਸਤਿਗੁਰ ਪੁਰਖ ਧਿਆਏ, ਕਿ ਹੇ ਮੇਰੇ ਬੇਮੁਹਾਰੇ ਉੱਠਦੀ ਤਰਾ ਮਨਾ, ਪੂਰਨ ਸਤਿਗੁਰਾਂ ਨੂੰ ਧਿਆਉਣਾ ਕਰ। ਹੇ ਮਨਾ ਕਰ ਹਲੇ, ਹੱਲਾ ਉਦਮ ਕਰਕੇ ਸਤਿਗੁਰੂ ਦੁਆਰਾ ਅਕਾਲ ਪੁਰਖ ਨੂੰ ਧਿਆਉਣਾ ਕਰ। ਮਨ ਕਰ ਹਲਾ ਵਿਚਾਰੀਆ, ਹਰ ਰਾਮ ਨਾਮ ਧਿਆਏ। ਮਹਾਰਾਜ ਜੀ ਗੁਰੂ ਰਾਮਦਾਸ ਜੀ ਸਮਝਾ ਰਹੇ ਹਨ ਇਸ ਮਨ ਦੇ ਤਾਈਂ, ਜਿਹੜਾ ਮਨ ਬੇਮੁਹਾਰੇ ਉੱਠ ਦੀ ਤਰ੍ਹਾਂ ਹੋ ਰਿਹਾ ਹੈ। ਜਿਸ ਉੱਠ ਦੇ ਮੁਹਾਰ ਨਾ ਹੋਵੇ ਤਾਂ ਉਹ ਬੇਮੁਹਾਰਾ ਹੋ ਜਾਂਦਾ ਹੈ, ਉਸ ਨੂੰ ਪਕੜਨਾ ਬਹੁਤ ਔਖਾ ਹੋ ਜਾਂਦਾ ਹੈ। ਕਿ ਪੁਰਾਣੇ ਸਮੇਂ ਦੇ ਵਿੱਚ ਉੱਠ ਰੱਖਦੇ ਸਨ, ਜਿਸ ਉੱਠ ਦੇ ਨੱਕ 'ਚੋਂ ਲਾਟੀਆਂ ਨਿਕਲ ਜਾਂਦੀਆਂ ਸਨ ਤੇ ਉਸ ਦੇ ਮੂਹਰਾ ਨਹੀਂ ਹੁੰਦਾ ਸੀ, ਉਸ ਨੂੰ ਪਕੜਨਾ ਬਹੁਤ ਔਖਾ ਹੋ ਜਾਂਦਾ ਸੀ। ਉਸ ਨੂੰ ਕਹਿੰਦੇ ਸਨ ਕਿ ਬੇਮੁਹਾਰਾ ਹੋ ਗਿਆ, ਇਸ ਦੇ ਮੁਹਾਰ ਨਹੀਂ ਹੈਗੀ, ਮੁਹਾਰ ਨਿਕਲ ਗਈ ਹੈ ਇਸ ਦੇ ਨੱਕ ਦੇ ਵਿੱਚੋਂ, ਤਾਂ ਉਸ ਨੂੰ ਪਕੜਨਾ ਔਖਾ ਹੋ ਜਾਂਦਾ ਸੀ, ਬਸ ਕਰਨਾ ਔਖਾ ਹੋ ਜਾਂਦਾ ਸੀ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਮਨ ਨੂੰ ਬੇਮੁਹਾਰਾ ਕਿਹਾ ਹੈ ਕਿ ਇਹ ਬੇਮੁਹਾਰਾ ਹੋਇਆ ਫਿਰਦਾ ਹੈ। ਮਨ ਕਰ ਹਲਾ ਵਿਚਾਰਿਆ, ਹੇ ਮੇਰੇ ਕਰ ਹਲਾ ਬੇਮੁਹਾਰੇ ਉੱਠਦੀ ਨਿਆਈ ਮਨਾ, ਜੇਕਰ ਤੂੰ ਵਿਚਾਰਿਆ ਵਿਚਾਰਵਾਨ ਅਖਵਾਉਂਦਾ ਹੈ ਤਾਂ ਉਸ ਹਰੀ ਦੇ ਨਾਮ ਨੂੰ ਜੋ ਸਾਰੇ ਰਮਿਆ ਹੋਇਆ ਹੈ ਹਰੀ ਪਰਮੇਸ਼ਰ, ਉਸ ਨੂੰ ਧਿਆਉਣਾ ਕਰ। ਮਨ ਕਰ ਹਲਾ ਵਿਚਾਰਿਆ, ਹੇ ਮੇਰੇ ਕਰ ਹਲਾ ਬੇਮੁਹਾਰੇ ਉੱਠਦੀ ਨਿਆਈ ਮਨਾ, ਜੇਕਰ ਤੂੰ ਵਿਚਾਰਿਆ ਵਿਚਾਰਵਾਨ ਅਖਵਾਉਂਦਾ ਹੈ ਤਾਂ ਹਰ ਰਾਮ ਨਾਮ ਧਿਆਏ, ਤਾਂ ਉਸ ਹਰੀ ਦੇ ਨਾਮ ਨੂੰ ਜੋ ਰਾਮ ਸਾਰੇ ਰਮਿਆ ਹੋਇਆ ਹੈ ਉਸ ਨੂੰ ਧਿਆਉਣਾ ਕਰ। ਜਿੱਥੈ ਲੇਖਾ ਮੰਗੀਐ ਹਰ ਆਪੇ ਲਈ ਛੁਡਾਏ, ਜੇ ਉਸ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਵੇਂਗਾ ਤਾਂ ਫਿਰ ਜਿੱਥੈ ਲੇਖਾ ਮੰਗੀਐ ਹਰ ਆਪੇ ਲਈ ਛੁਡਾਏ, ਜਿੱਥੇ ਤੇਰੇ ਪਾਸੋਂ ਕਰਮਾਂ ਧਰਮਾਂ ਦਾ ਲੇਖਾ ਹਿਸਾਬ ਮੰਗਿਆ ਜਾਏਗਾ, ਉੱਥੇ ਹਰੀ ਆਪ ਹੀ ਤੇਰੇ ਔਗੁਣਾਂ ਨੂੰ ਨਿਵਰਤ ਕਰਕੇ ਤੈਨੂੰ ਬੰਧਨਾਂ ਤੋਂ ਛੁਡਾ ਲਏਗਾ। ਪਰ ਤੂੰ ਬੇਮੁਹਾਰਾ ਹੋਇਆ ਫਿਰਦਾ ਹੈ ਮਨਾ, ਉਸ ਪਰਮੇਸ਼ਰ ਦੇ ਨਾਮ ਵਿੱਚ ਨਹੀਂ ਲੱਗਦਾ, ਵਿਚਾਰਵਾਨ ਬੜਾ ਅਖਵਾਉਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਜੇ ਤੂੰ ਵਿਚਾਰਵਾਨ ਅਖਵਾਉਂਦਾ ਹੈ ਤਾਂ ਉਸ ਹਰੀ ਪਰਮੇਸ਼ਰ ਦੇ ਨਾਮ ਨੂੰ ਜੋ ਸਾਰੇ ਥਾਵਾਂ 'ਤੇ ਰਮਿਆ ਹੋਇਆ ਹੈ ਉਸ ਨੂੰ ਧਿਆਉਣਾ ਕਰ। ਧਿਆਉਣੇ ਕਰਕੇ ਜਿੱਥੈ ਲੇਖਾ ਮੰਗੀਐ, ਜਿੱਥੇ ਤੇਰੇ ਪਾਸੋਂ ਧਰਮਾਂ ਕਰਮਾਂ ਦਾ ਲੇਖਾ ਹਿਸਾਬ ਮੰਗਿਆ ਜਾਏਗਾ, ਉੱਥੇ ਹਰੀ ਆਪ ਹੀ ਤੇਰੇ ਔਗੁਣਾਂ ਨੂੰ ਨਿਵਰਤ ਕਰਕੇ
ਤੈਨੂੰ ਬੰਧਨਾ ਤੋਂ ਛਡਾ ਲਵੇਗਾ। ਮਨ ਕਰ ਹਲਾ ਅਤ ਨਿਰਮਲਾ, ਮਲ ਲਾਗੀ ਹਉ ਮੈਂ ਆਏ। ਮਹਾਰਾਜ ਜੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਇਸ ਜੀਵ ਨੂੰ, ਇਸ ਜੀਵ ਦੇ ਮਨ ਨੂੰ ਬੜੇ ਹੀ ਵਿਸਥਾਰ ਦੇ ਨਾਲ ਕਥਨ ਕਰਦੇ ਹਨ। ਮਨ ਕਰ ਹਲਾ ਅਤ ਨਿਰਮਲਾ, ਹੇ ਮੇਰੇ ਕਰ ਹਲਾ ਬੇਮਹਾਰੇ ਉੱਠਦੀ ਨਿਆਈ ਮਨਾ, ਤੂੰ ਅਤਿਅੰਤ ਨਿਰਮਲਾ ਉਜਲ ਹੋਣਾ ਕਰ। ਕਿਉਂਕਿ ਤੇਰੇ ਅੰਦਰ ਮਲ ਲਾਗੀ ਹਉਮੈ ਆਈ, ਤੇਰੇ ਅੰਦਰ ਹਉਮੈ ਹੰਗਤਾ ਮਮਤਾ ਦੀ ਮਲ ਮੈਲ ਆ ਕੇ ਲੱਗੀ ਹੋਈ ਹੈ। ਇਸ ਮੈਲ ਨੂੰ ਲਾਉਣ ਵਾਸਤੇ ਤੂੰ ਅਤਿਅੰਤ ਨਿਰਮਲਾ ਉਜਲ ਹੋਣਾ ਕਰ। ਮਹਾਰਾਜ ਜੀ ਅੱਗੇ ਕਥਨ ਕਰਦੇ ਹਨ। ਪ੍ਰਤੱਖ ਪਿਰ ਘਰ ਨਾਲ ਪਿਆਰਾ, ਵਿਛੜ ਚੋਟਾਂ ਖਾਏ। ਮਹਾਰਾਜ ਜੀ ਕਹਿਣ ਲੱਗੇ ਪਿਆਰਾ ਪਤੀ ਪਰਮੇਸ਼ਰ ਪ੍ਰਤੱਖ ਹੀ ਤੇਰੇ ਘਰ, ਤੇਰੇ ਸਰੀਰ ਨਾਲ ਰਹਿੰਦਾ ਹੈ। ਮਹਾਰਾਜ ਜੀ ਇਸ ਜੀਵ ਨੂੰ, ਇਸ ਜੀਵ ਦੇ ਮਨ ਨੂੰ ਸਮਝਾ ਰਹੇ ਹਨ ਕਿ ਪਿਆਰਾ ਪਤੀ ਪਰਮੇਸ਼ਰ ਪ੍ਰਤੱਖ ਹੀ ਤੇਰੇ ਘਰ ਸਰੀਰ ਨਾਲ ਰਹਿੰਦਾ ਹੈ। ਉਸ ਪਰਮੇਸ਼ਰ ਤੋਂ ਵਿਛੜ ਕੇ ਕਾਮ ਕ੍ਰੋਧ ਜਮਾ ਆਦਿਕ ਦੀਆਂ ਚੋਟਾਂ ਖਾਂਦਾ ਹੈ, ਸੱਟਾਂ ਖਾਂਦਾ ਹੈ। ਮਨ ਕਰ ਹਲਾ ਮੇਰੇ ਪ੍ਰੀਤਮਾ, ਹਰ ਹਿਰਦੈ ਭਾਲ ਭਲਾਏ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਮਨ ਕਰ ਹਲਾ ਮੇਰੇ ਪ੍ਰੀਤਮਾ, ਹੇ ਮੇਰੇ ਕਰ ਹਲਾ ਬੇਮਹਾਰੇ ਉੱਠਦੀ ਨਿਆਈ ਮਨਾ, ਹੇ ਮੇਰੇ ਪ੍ਰੀਤਮਾ ਪਿਆਰੇ ਮਨਾ, ਤੂੰ ਆਪਣੇ ਹਰ ਹਿਰਦੈ ਭਾਲ ਭਲਾਏ, ਤੂੰ ਆਪਣੇ ਹਿਰਦੇ ਵਿੱਚੋਂ ਹੀ ਗੁਰਾਂ ਦੁਆਰਾ ਖੋਜ ਕਰਕੇ ਪਰਮੇਸ਼ਰ ਨੂੰ ਖੋਜਣਾ ਕਰ, ਜੋ ਤੇਰੇ ਸਰੀਰ ਦੇ ਨਾਲ, ਤੇਰੇ ਸਰੀਰ ਦੇ ਅੰਦਰ ਰਹਿੰਦਾ ਹੈ। ਕਿ ਬੇਮਹਾਰੇ ਉੱਠਦੀ ਨਿਆਈ ਮਨਾ, ਹੇ ਮੇਰੇ ਪਿਆਰੇ ਮਨਾ, ਤੂੰ ਆਪਣੇ ਹਿਰਦੇ ਵਿੱਚੋਂ ਹੀ ਗੁਰਾਂ ਦੁਆਰਾ ਭਾਲ ਭਲਾਏ, ਭਾਲ ਖੋਜ ਕਰਕੇ ਪਰਮੇਸ਼ਰ ਨੂੰ ਖੋਜਣਾ ਕਰ। ਉਪਾਏ ਕਿਤੈ ਨਾ ਲੱਭਈ, ਗੁਰ ਹਿਰਦੈ ਹਰ ਦਿਖਾਈ। ਹੇ ਮਨਾ ਵੇਖਣਾ ਕਰ, ਉਹ ਪਰਮੇਸ਼ਰ ਹੋਰ ਕਿਸੇ ਉਪਾਏ, ਕਿਸੇ ਯਤਨ ਨਾਲ ਨਹੀਂ ਲੱਭਣਾ। ਕੇਵਲ ਗੁਰ ਹਿਰਦੈ ਹਰ ਦਿਖਾਏ, ਕੇਵਲ ਇੱਕ ਗੁਰੂ ਸਾਹਿਬ ਜੀ ਹੀ ਹਿਰਦੇ ਵਿੱਚੋਂ ਪਰਮਾਤਮਾ ਨੂੰ ਦਿਖਾ ਦਿੰਦੇ ਹਨ। ਉਪਾਏ ਕਿਤੈ ਨਾ ਲੱਭਈ, ਗੁਰ ਹਿਰਦੈ ਹਰ ਦਿਖਾਏ। ਮਹਾਰਾਜ ਜੀ ਕਹਿਣ ਲੱਗੇ ਹੇ ਮਨਾ ਵੇਖਣਾ ਕਰ, ਉਹ ਪਰਮੇਸ਼ਰ ਹੋਰ ਕਿਤੇ ਕਿਸੇ ਉਪਾਏ, ਕਿਸੇ ਯਤਨ ਨਾਲ ਨਹੀਂ ਲੱਭਦਾ। ਕੇਵਲ ਇੱਕ ਗੁਰੂ ਸਾਹਿਬ ਜੀ ਹੀ ਹਿਰਦੇ ਵਿੱਚੋਂ ਪਰਮਾਤਮਾ ਨੂੰ ਦਿਖਾ ਦਿੰਦੇ ਹਨ। ਮਨ ਕਰ ਹਲਾ ਮੇਰੇ ਪ੍ਰੀਤਮਾ, ਦਿਨ ਰੈਣ ਹਰ ਲਿਵ ਲਾਏ। ਮਹਾਰਾਜ ਜੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਪੰਜਵੇਂ ਪਦੇ ਦੇ ਅੰਦਰ ਸਮਝਾ ਰਹੇ ਹਨ। ਮਨ ਕਰ ਹਲਾ ਮੇਰੇ ਪ੍ਰੀਤਮਾ, ਹੇ ਮੇਰੇ ਕਰ ਹਲਾ ਬੇਮਹਾਰੇ ਉੱਠਦੀ ਨਿਆਈ ਮਨਾ, ਹੇ ਮੇਰੇ ਪ੍ਰੀਤਮਾ ਪਿਆਰੇ ਮਨਾ, ਦਿਨ ਰੈਣ ਹਰ ਲਿਵ ਲਾਏ। ਕਿ ਰੈਣ ਰਾਤ ਤੇ ਦਿਨ ਹੀ ਹਰੀ ਨਾਲ ਬਿਰਤੀ ਨੂੰ ਲਾਉਣਾ ਕਰ। ਜੇ ਤੂੰ ਬਿਰਤੀ ਨੂੰ ਲਾਏਗਾ, ਘਰ ਜਾਏ ਪਾਵਹਿ ਰੰਗ ਮਹਿਲੀ, ਤਦ ਤੂੰ ਇਸ ਘਰ, ਇਸ ਸਰੀਰ ਦੀ ਜਗ੍ਹਾ ਵਿੱਚ ਹੀ ਹਰੀ ਪਰਮੇਸ਼ਰ ਨੂੰ ਪਾ ਲਏਗਾ। ਮਨ ਕਰ ਹਲਾ ਮੇਰੇ ਪ੍ਰੀਤਮਾ, ਦਿਨ ਰੈਣ ਹਰ ਲਿਵ ਲਾਏ। ਘਰ ਜਾਏ ਪਾਵਹਿ ਰੰਗ ਮਹਿਲੀ, ਗੁਰ ਮੇਲੇ ਹਰ ਮਿਲਾਏ। ਕਿ ਹੇ ਮੇਰੇ ਪਿਆਰੇ ਮਨਾ, ਰਾਤ ਦਿਨ ਹੀ ਹਰੀ ਨਾਲ ਬਿਰਤੀ ਨੂੰ ਲਗਾਉਣਾ ਕਰ। ਬਿਰਤੀ ਲਗਾਉਣੇ ਕਰਕੇ ਤਦ ਤੂੰ ਇਸ ਸਰੀਰ ਦੀ ਜਗ੍ਹਾ ਵਿੱਚ ਹੀ ਹਰੀ ਪਰਮੇਸ਼ਰ ਨੂੰ ਪਾ ਲਏਗਾ।
ਜਿਸ ਦਾ ਰੰਗ ਮਹਿਲੀ, ਜਿਸ ਦਾ ਰੰਗ ਆਨੰਦ ਦਾ ਇੱਕ ਮਹੱਲ ਸਰੂਪ ਹੈ। ਭਾਵ ਮਹਿਲਾਂ ਦੇ ਮਾਲਕ ਪਰਮੇਸ਼ਰ ਨੂੰ ਜੋ ਆਨੰਦ ਦਾ ਇੱਕ ਸਰੂਪ ਹੈ, ਉਸ ਨੂੰ ਪਾ ਲਏਗਾ। ਜੇ ਸਾਧ ਸੰਗਤ ਵਿੱਚ, ਜੋ ਸਾਧ ਸੰਗਤ ਘਰ ਹੈ, ਉਸ ਘਰ ਵਿੱਚ ਸਤ ਸੰਗਤ ਰੂਪੀ ਘਰ ਵਿੱਚ ਜਾਂਦਾ ਰਹੇਗਾ, ਤਾਂ ਮਹਿਲਾਂ ਦੇ ਮਾਲਕ ਪਰਮੇਸ਼ਰ ਦੇ ਸਰੂਪ ਦਾ ਆਨੰਦ ਪਾ ਲਏਗਾ। ਕਿ ਜਦੋਂ ਤੁਰਿਆ ਪਦ ਰੂਪੀ ਘਰ ਦੇ ਵਿੱਚ ਚਲਿਆ ਜਾਏਗਾ, ਤਾਂ ਮਹਿਲਾਂ ਦੇ ਮਾਲਕ ਪਰਮੇਸ਼ਰ ਦਾ ਆਨੰਦ ਪਾ ਲਏਗਾ। ਇਉਂ ਗੁਰ ਮੇਲੇ ਹਰ ਮਿਲਾਏ, ਇਉਂ ਗੁਰੂ ਤੈਨੂੰ ਹਰੀ ਦੇ ਮਿਲਾਪ ਵਿੱਚ ਮਿਲਾ ਦੇਵੇਗਾ। ਜਿਨ੍ਹਾਂ ਨੂੰ ਪੂਰਬਲੇ ਪੁੰਨਾਂ ਦੇ ਪ੍ਰੇਰੇ ਹੋਏ ਗੁਰੂ ਸਾਹਿਬ ਜੀ ਮਿਲ ਜਾਂਦੇ ਹਨ, ਉਹਨਾਂ ਨੂੰ ਗੁਰੂ ਸਾਹਿਬ ਜੀ ਹਰੀ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਹਨ। ਮਨ ਕਰ ਹਲਾ ਤੂੰ ਮੀਤ ਮੇਰਾ, ਪਾਖੰਡ ਲੋਭ ਤਜਾਏ, ਪਾਖੰਡ ਲੋਭੀ ਮਾਰੀਐ, ਜਮ ਡੰਡ ਦੇ ਸਜਾਈ। ਮਹਾਰਾਜ ਜੀ 6ਵੇਂ ਪਦੇ ਦੇ ਅੰਦਰ ਸਮਝਾ ਰਹੇ ਹਨ। 2-2 ਪੰਗਤੀਆਂ ਦਾ ਇੱਕ ਪਦਾ ਹੈ। 2 ਪੰਗਤੀਆਂ ਦੇ ਵਿੱਚ ਹੀ ਪੂਰਾ ਗਿਆਨ ਕਰਾ ਦਿੰਦੇ ਹਨ ਮਹਾਰਾਜ ਜੀ। ਮਹਾਰਾਜ ਜੀ ਇਸ ਮਨ ਨੂੰ ਸਮਝਾ ਰਹੇ ਹਨ, ਜੋ ਬੇਮੁਹਾਰੇ ਉੱਠ ਦੀ ਤਰ੍ਹਾਂ ਇਹ ਮਨ ਹੈ, ਇਹ ਬਸ ਨਹੀਂ ਆਉਂਦਾ, ਕਿ ਦਸੇ ਦਿਸ਼ਾਵਾਂ ਦੇ ਵਿੱਚ ਦੌੜਦਾ ਰਹਿੰਦਾ ਹੈ। ਮਨ ਕਰ ਹਲਾ, ਕਿ ਹੇ ਮੇਰੇ ਕਰ ਹਲਾ ਬੇਮੁਹਾਰੇ ਉੱਠਦੀ ਨਿਆਈ ਮਨਾ, ਤੂੰ ਮੀਤ ਮੇਰਾ, ਤੂੰ ਮੇਰਾ ਮੀਤ ਮਿੱਤਰ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਹੇ ਮੇਰੇ ਕਰ ਹਲਾ ਬੇਮੁਹਾਰੇ ਉੱਠਦੀ ਮਨਾ, ਤੂੰ ਮੇਰਾ ਮੀਤ ਮਿੱਤਰ ਹੈ। ਇਸ ਕਰਕੇ ਤੂੰ ਪਖੰਡ ਲੋਭ ਤਜਾਏ, ਤੂੰ ਪਖੰਡ ਦੰਭ ਭਾਵ ਲੋਕ ਦਿਖਾਵੇ ਤੇ ਪਦਾਰਥਾਂ ਦੇ ਲਾਲਚ ਨੂੰ ਤਿਆਗਣਾ ਕਰ। ਮਹਾਰਾਜ ਜੀ ਇਸ ਮਨ ਨੂੰ ਸਮਝਾਉਂਦੇ ਹਨ ਕਿ ਹੇ ਮੇਰੇ ਮਿੱਤਰਾ ਮਨਾ, ਇਸ ਕਰਕੇ ਤੂੰ ਪਖੰਡ ਭਾਵ ਲੋਕ ਦਿਖਾਵੇ ਦੇ ਪਦਾਰਥਾਂ ਦੇ ਲਾਲਚ ਨੂੰ ਤਿਆਗਣਾ ਕਰ। ਪਖੰਡ ਲੋਭੀ ਮਾਰੀਐ, ਕਿ ਪਖੰਡ ਦੰਭੀ ਤੇ ਲੋਭੀ ਲਾਲਚੀ ਨੂੰ ਅੱਗੇ ਪਰਲੋਕ ਵਿੱਚ ਮਾਰ ਪੈਂਦੀ ਹੈ। ਇਸੇ ਕਰਕੇ ਜਿਹੜਾ ਤੂੰ ਪਦਾਰਥਾਂ ਦਾ ਲੋਭ ਲਾਲਚ ਕਰਦਾ ਹੈ ਤੇ ਪਖੰਡ ਕਰਦਾ ਹੈ, ਇਸ ਨੂੰ ਛੱਡ ਦੇ। ਕਿ ਪਾਖੰਡ ਲੋਭੀ ਮਾਰੀਐ, ਪਖੰਡ ਦੰਭੀ ਤੇ ਲੋਭੀ ਲਾਲਚੀ ਨੂੰ ਅੱਗੇ ਪਰਲੋਕ ਵਿੱਚ ਮਾਰ ਪੈਂਦੀ ਹੈ। ਜਮ ਡੰਡ ਦੇ ਸਜਾਏ, ਕਿ ਜਮ ਰਾਜਾ ਡੰਡ ਦੇ ਕੇ ਸਜ਼ਾ ਦਿੰਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਇੱਕੋ ਹੀ ਪੰਗਤੀ ਦੇ ਵਿੱਚ ਪਖੰਡ ਤੇ ਲੋਭ ਬਾਰੇ ਸਮਝਾਉਣਾ ਕੀਤਾ ਹੈ। ਕਿ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਮੇਰੇ ਕਰ ਹਲੇ ਬੇਮੁਹਾਰੇ ਉੱਠਦੀ ਨਿਆਈ ਮਨਾ, ਤੂੰ ਮੇਰਾ ਮਿੱਤਰ ਹੈ। ਇਸ ਕਰਕੇ ਤੂੰ ਪਖੰਡ ਭਾਵ ਲੋਕ ਦਿਖਾਵੇ ਦੇ ਤੇ ਪਦਾਰਥਾਂ ਦਾ ਲਾਲਚ ਹੈ, ਇਸ ਨੂੰ ਤਿਆਗਣਾ ਕਰ। ਪਖੰਡ ਲੋਭੀ ਮਾਰੀਐ, ਪਖੰਡ ਕਰਨ ਵਾਲੇ ਤੇ ਲਾਲਚੀ ਨੂੰ ਅੱਗੇ ਪਰਲੋਕ ਵਿੱਚ ਮਾਰ ਪੈਂਦੀ ਹੈ। ਜਮ ਡੰਡ ਦੇ ਸਜਾਏ, ਜਮ ਰਾਜਾ ਦੰਡ ਦੇ ਕੇ ਸਜ਼ਾ ਦਿੰਦਾ ਹੈ। ਅੱਗੇ 7ਵੇਂ ਪਦੇ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਮਨ ਕਰ ਹਲਾ ਮੇਰੇ ਪ੍ਰਾਨ ਤੂੰ, ਮੈਲ ਪਖੰਡ ਭਰਮ ਗਵਾਈ। ਹਰ ਅੰਮ੍ਰਿਤ ਸਾਰ ਗੁਰ ਪੂਰਿਆ, ਮਿਲ ਸੰਗਤੀ ਮਾਲ ਲਹਿ ਜਾਏ। 7ਵੇਂ ਪਦੇ ਦੇ ਅੰਦਰ ਮਹਾਰਾਜ ਜੀ ਬਾਣੀ ਉਚਾਰਨ ਕਰਕੇ ਇਸ ਜੀਵ ਦੇ ਮਨ ਨੂੰ ਸਮਝਾ ਰਹੇ ਹਨ ਕਿ ਇਹ ਜੀਵ ਇਸ ਮਨ ਨੂੰ ਜੇ ਰੋਕਣਾ ਕਰੇ, ਮਨ ਨੂੰ ਟਿਕਾਉਣਾ ਕਰੇ, ਪਰਮੇਸ਼ਰ ਦਾ ਨਾਮ ਜਪੇ, ਫੇਰ ਹੀ ਇਸ ਦਾ ਉਧਾਰ ਹੋਣਾ ਹੈ।
ਇਹ ਜਿਹੜਾ ਮਨ ਹੈ ਕਿ ਬੇਮਹਾਰੇ ਉੱਠ ਦੀ ਤਰ੍ਹਾਂ ਹੈ। ਮਹਾਰਾਜ ਜੀ ਨੇ ਸਾਰੇ 2 ਪਦਿਆਂ ਦੇ ਵਿੱਚ ਸਮਝਾਉਣਾ ਕੀਤਾ ਹੈ। ਮਨ ਕਰ ਹਲਾ ਮੇਰੇ ਪ੍ਰਾਨ ਤੂੰ, ਕਿ ਹੇ ਮੇਰੇ ਕਰ ਹਲੇ ਬੇਮਹਾਰੇ ਉੱਠਦੀ ਨਿਆਈ ਮਨਾ, ਤੂੰ ਹੀ ਮੇਰੀ ਪ੍ਰਾਨ, ਤੂੰ ਹੀ ਮੇਰੀ ਜਿੰਦ ਜਾਨ ਹੈ। ਇਸ ਕਰਕੇ ਤੂੰ ਪਖੰਡ, ਤੂੰ ਦੰਭ ਤੇ ਭਰਮ ਭੁਲੇਖੇ ਦੀ ਜਿਹੜੀ ਮੈਲ ਮਲੀਨ ਤਾਈ ਨੂੰ ਗਵਾਉਣਾ ਕਰ। ਮਨ ਕਰ ਹਲਾ ਮੇਰੇ ਪ੍ਰਾਨ ਤੂੰ, ਮੈਲ ਪਾਖੰਡ ਭਰਮ ਗਵਾਏ, ਕਿ ਹੇ ਮੇਰੇ ਕਰ ਹਲੇ ਬੇਮਹਾਰੇ ਉੱਠਦੀ ਨਿਆਈ ਮਨਾ, ਤੂੰ ਹੀ ਮੇਰੀ ਜਿੰਦ ਜਾਨ ਹੈ। ਇਸ ਕਰਕੇ ਤੂੰ ਪਖੰਡ ਤੇ ਭਰਮ ਭੁਲੇਖੇ ਦੀ ਮੈਲ ਤਾਈ ਗਵਾਉਣਾ ਕਰ। ਹਰ ਅੰਮ੍ਰਿਤ ਸਰ ਗੁਰ ਪੂਰਿਆ, ਹੇ ਮਨਾ ਵੇਖ ਪੂਰਨ ਗੁਰਾਂ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਸਰੋਵਰ ਲਵਾ ਲਵ ਭਰਿਆ ਹੋਇਆ ਹੈ। ਹਰ ਅੰਮ੍ਰਿਤ ਸਰ ਗੁਰ ਪੂਰਿਆ, ਕਿ ਹੇ ਮਨਾ ਵੇਖ ਪੂਰਨ ਗੁਰਾਂ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਸਰੋਵਰ ਲਵਾ ਲਵ ਭਰਿਆ ਹੋਇਆ ਹੈ। ਮਿਲ ਸੰਗਤੀ ਮਲ ਲਹਿ ਜਾਏ, ਕਿ ਸਾਧ ਸੰਗਤ ਨਾਲ ਮਿਲ ਕਰਕੇ ਨਾਮ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਕੇ ਤੇਰੀ ਹਉਮੈ ਦੀ ਮੈਲ ਲੈ ਜਾਏਗੀ। ਪੂਰਨ ਸਤਿਗੁਰੂ ਜੀ ਹਰੀ ਦੇ ਅੰਮ੍ਰਿਤ ਗਿਆਨ ਦੇ ਭਰੇ ਹੋਏ ਸਰੋਵਰ ਹਨ, ਜਿਨ੍ਹਾਂ ਦੀ ਸੰਗਤ ਨਾਲ ਮਿਲ ਕਰਕੇ ਤੇਰੀ ਅਵਿਦਿਆ ਦੀ ਪਾਪਾਂ ਦੀ ਮੈਲ ਲੈ ਜਾਏਗੀ। ਹਰੀ ਸਰੂਪ ਪੂਰਿਆਂ ਸਤਿਗੁਰਾਂ ਨੇ ਸਤ ਸੰਗ ਰੂਪੀ ਅੰਮ੍ਰਿਤ ਨਾਮ ਦਾ ਸਰੋਵਰ ਲਗਾਇਆ ਹੈ। ਜੋ ਸਤ ਸੰਗ ਰੂਪ ਸਰੋਵਰ ਵਿੱਚ ਆ ਕੇ ਮਿਲਦਾ ਹੈ, ਉਸ ਦੀ ਹਉਮੈ ਰੂਪੀ ਮੈਲ ਲਹਿ ਜਾਂਦੀ ਹੈ। ਮਨ ਕਰ ਹਲਾ ਮੇਰੇ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣਾਈ, ਇਹੋ ਮੋਹ ਮਾਇਆ ਪਸਰਿਆ, ਅੰਤ ਸਾਥ ਨਾ ਕੋਈ ਜਾਏ। 8ਵੇਂ ਪਦੇ ਦੇ ਅੰਦਰ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਮਨ ਨੂੰ ਸਮਝਾ ਰਹੇ ਹਨ ਜਿਹੜਾ ਬੇਮਹਾਰੇ ਉੱਠ ਦੀ ਤਰ੍ਹਾਂ ਹੈ। ਇਸ ਮਨ ਨੂੰ ਸਮਝਾ ਰਹੇ ਹਨ। ਮਨ ਕਰ ਹਲਾ ਮੇਰੇ ਪਿਆਰਿਆ, ਹੇ ਮੇਰੇ ਕਰ ਹਲਾ ਬੇਮਹਾਰੇ ਉੱਠਦੀ ਨਿਆਈ ਮਨਾ, ਹੇ ਮੇਰੇ ਪਿਆਰਿਆ ਮਨਾ, ਆ ਤੈਨੂੰ ਇੱਕ ਗੁਰੂ ਸਾਹਿਬ ਜੀ ਦੀ ਸਿੱਖਿਆ ਸੁਣਾਉਣਾ ਕਰੀਏ। ਇੱਕ ਗੁਰ ਕੀ ਸਿੱਖ ਸੁਣਾਏ, ਹੇ ਮੇਰੇ ਕਰ ਹਲੇ ਬੇਮਹਾਰੇ ਉੱਠਦੀ ਨਿਆਈ ਮਨਾ, ਹੇ ਮੇਰੇ ਪਿਆਰਿਆ ਮਨਾ, ਇੱਕ ਗੁਰ ਕੀ ਸਿੱਖ ਸੁਣਾਏ, ਆ ਤੈਨੂੰ ਇੱਕ ਗੁਰੂ ਸਾਹਿਬ ਜੀ ਦੀ ਸਿੱਖਿਆ ਸੁਣਾਉਣਾ ਕਰੀਏ। ਇਹੋ ਮੋਹ ਮਾਇਆ ਪਸਰਿਆ, ਅੰਤ ਸਾਥ ਨਾ ਕੋਈ ਜਾਏ। ਮਹਾਰਾਜ ਜੀ ਕਹਿਣ ਲੱਗੇ ਇਹ ਜੋ ਮਾਇਆ ਦਾ ਮੋਹ ਪਸਰਿਆ ਹੋਇਆ ਹੈ, ਫੈਲਿਆ ਹੋਇਆ ਹੈ, ਇਹੋ ਮੋਹ ਮਾਇਆ ਪਸਰਿਆ, ਇਹ ਜੋ ਮਾਇਆ ਦਾ ਮੋਹ ਪਸਰਿਆ ਹੋਇਆ ਹੈ, ਫੈਲਿਆ ਹੋਇਆ ਹੈ, ਅੰਤ ਸਾਥ ਨਾ ਕੋਈ ਜਾਏ, ਕਿ ਅੰਤ ਸਮੇਂ ਕੋਈ ਵੀ ਪਦਾਰਥ ਤੇਰੇ ਨਾਲ ਨਹੀਂ ਜਾਵੇਗਾ। ਹੁਣ ਇੱਥੇ ਮਹਾਰਾਜ ਜੀ ਨੇ ਜੋ ਮਾਇਆ ਹੈ, ਰੁਪਈਏ ਹਨ, ਤੇ ਇਹਨਾਂ ਨੂੰ ਕੱਲੀ ਨੂੰ ਮਾਇਆ ਨੇ ਕਿਹਾ। ਜੋ ਪਰਮੇਸ਼ਰ ਦੇ ਨਾਮ ਨੂੰ ਭੁਲਾਉਂਦੀ ਹੈ ਉਸ ਨੂੰ ਮਾਇਆ ਕਿਹਾ ਹੈ। ਚਾਹੋ ਪਦਾਰਥ ਹਨ, ਚਾਹੋ ਘਰ-ਬਾਰ ਹੈ, ਚਾਹੋ ਸੰਬੰਧੀ ਹਨ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਭੁਲਾਉਂਦੇ ਹਨ ਉਸ ਨੂੰ ਮਾਇਆ ਕਿਹਾ ਹੈ। ਮਹਾਰਾਜ ਜੀ ਕਹਿਣ ਲੱਗੇ ਇਹੋ ਮੋਹ ਮਾਇਆ ਪਸਰਿਆ, ਇਹ ਜੋ ਮਾਇਆ ਦਾ ਮੋਹ ਫੈਲਿਆ ਹੋਇਆ ਹੈ, ਪਰਿਵਾਰ ਫੈਲਿਆ, ਜੋ ਵਸਤੂ ਦਾ ਫੈਲਾਅ ਹੋਇਆ ਹੈ ਕਿ ਪਦਾਰਥ ਇਕੱਠੇ ਕੀਤੇ ਹਨ, ਅੰਤ ਸਾਥ ਨਾ ਕੋਈ ਜਾਏ। ਅੰਤਮ ਸਮੇਂ ਤੇਰੇ ਇੱਥੇ ਜਾਣ ਦੇ ਸਮੇਂ ਕੋਈ ਵੀ ਪਦਾਰਥ, ਕੋਈ ਵੀ ਵਸਤੂ ਤੇਰੇ ਨਾਲ ਨਹੀਂ ਜਾਏਗੀ। 9ਵੇਂ ਪਦੇ ਦੇ ਅੰਦਰ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਮਨ ਕਰ ਹੱਲਾ ਮੇਰੇ ਸਾਜਨਾ,
हर खर्च लिया पत पाए, हर दर गए पहनाया, हर आप लया गल लाए। महाराज जी 9वें पदे दे अंदर समझा रहे हैं, मन कर हला मेरे साजना, हर खर्च लिया पत पाए, हर दर गए पहनाया, हर आप लया गल लाए। महाराज जी कहन लगे, हे मेरे कर हले बेमहारे उठदी न्याई मना, मेरे साजना मेरे मित्रा मना, जिन्हां ने हरि नाम रूपी खर्च पल्ले बन लिया है, हर खर्च लिया पत पाए। महाराज जी कहन लगे, हे मेरे मना, हे मेरे सज्जणा मना, मित्रा मना, जिन्हां ने हरि नाम रूपी खर्च पल्ले बन लिया है, उन्हां ने लोक परलोक विच पत पाए इज्जत पा लई है। तूं भी हरि दे खर्च नूं, हरि दे नाम नूं लै के इज्जत पाउणा कर। जे हरि परमेश्वर दा नाम तेरे पल्ले होएगा तां परलोक दे विच तैनूं भी इज्जत मिलेगी। हर दरगह पहनाया, हर आप लिया गल लाए, कि उन्हां नूं हरि अकाल पुरख दी दरगाह विच जस रूपी पोशाक, जस रूपी सिरों पौ पहनाया जाता है। उन्हां नूं वाहिगुरू ने आप अपने अभेद निश्चय रूपी गल लाए, गल दे नाल कंठ दे नाल ला लिया है, कि जिन्हां ने अकाल पुरख दी दरगाह विच जस रूपी पोशाका सिर पौ पहनाया जाता है, जिन्हां नूं उन्हां नूं वाहिगुरू ने अपने अभेद निश्चय रूपी कंठ नाल ला लिया है, कि जिन्हां ने हरि नाम रूपी खर्च पल्ले बन लिया है, उन्हां ने लोक परलोक विच इज्जत पा लई है। तूं भी हरि दे खर्च नूं लै के इज्जत पाउणा कर। जे तेरे पल्ले परमेश्वर दा नाम होएगा तां तैनूं उत्थे इज्जत मिलेगी। हर दरगह पहनाया, हर आप लिया गल लाए, कि जिन्हां दे पल्ले परमेश्वर दा नाम है, उन्हां नूं हरि अकाल पुरख दी दरगाह विच जस रूपी पोशाक, जस रूपी सिरों पौ पहनाया जाता है। उन्हां नूं वाहिगुरू ने आप अपने अभेद रूपी गल नाल कंठ नाल ला लिया है। मन कर हला गुर मन्निया, गुरमुख कार कमाई, गुर आगे कर जोदड़ी, जन नानक हर मिलाई। महाराज जी अखीरले पदे दे अंदर गुरु रामदास महाराज जी कथन करते हैं, मन कर हला गुर मन्निया, हे मेरे कर हला बेमहारे उठदी न्याई मना, जिन्हां ने गुरु साहिब जी दे उपदेश नूं मन्निया है, ग्रहण कीता है, गुरमुख कार कमाए, उन्हां गुरमुखां दी तूं भी कार, तूं भी टहल कमाउणा कर, सेवा करना कर। मन कर हला गुर मन्निया, हे मेरे मना, जिन्हां ने गुरु साहिब जी दे उपदेश नूं ग्रहण कीता है, गुरु दे उपदेश नूं मन्निया है, उन्हां गुरमुखां दी तूं भी कार कमाए, के टहल कमाउणा कर, सेवा करना कर। गुर आगे कर जोदड़ी, सतगुरां अगे खड़ के निम्रता सहित जोदड़ी करना कर, बेनती करया कर, कि हे गुरु नानक देव महाराज जी, हर मिलाए मैनू हरि परमेश्वर दे नाल मिलाउणा करो। गुर आगे कर जोदड़ी, जन नानक हर मिलाए, कि सतगुरां अगे खड़ के निम्रता सहित जोदड़ी बेनती करना करया कर, कि हे गुरु नानक देव महाराज जी, मैनू हरि परमेश्वर दे नाल किरपा करके मिलाउणा करो,
ਇਹ ਮਿਲਾਪ ਬਣਿਆ ਹੀ ਰਹੇ। ਜੋ ਸਰੂਪ ਵਿੱਚ ਅਭੇਦ ਹੋਣਾ ਹੈ, ਉਸ ਪਰਮੇਸ਼ਰ ਦੇ ਨਾਲ ਮਿਲਣ ਵਾਸਤੇ ਅਰਦਾਸਾਂ ਬੇਨਤੀਆਂ ਕਰਿਆ ਕਰ। ਗੌੜੀ ਮਹੱਲਾ ਚੌਥਾ। ਮਨ ਕਰ ਹਲਾ ਵਿਚਾਰੀਆ, ਵਿਚਾਰ ਦੇਖ ਸੰਭਾਲ। ਮਹਾਰਾਜ ਜੀ ਪਿਛਲੇ ਪਦੇ ਦੇ ਪਿਛਲੇ ਸ਼ਬਦ ਦੇ ਨਾਲ ਸ਼ਬਦ ਮਿਲਦਾ ਹੀ ਉਚਾਰਨ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ, ਮਨ ਕਰ ਹਲਾ ਵਿਚਾਰੀਆ, ਵਿਚਾਰ ਦੇਖ ਸੰਭਾਲ। ਬਾਨ ਫੇਰ ਥੱਕੇ ਬਨਵਾਸੀਆ, ਫੇਰ ਗੁਰਮਤਿ ਹਿਰਦੈ ਨਿਹਾਲ। ਕਿ ਮਹਾਰਾਜ ਜੀ ਉਚਾਰਨ ਕਰਦੇ ਹਨ, ਹੇ ਕਰ ਹਲਾ, ਹੇ ਬੇਮਹਾਰੇ ਉੱਠਦੀ ਨਿਆਈ ਮਨਾ, ਤੂੰ ਵਿਚਾਰੀਆ ਵਿਚਾਰਵਾਨ ਬਣ ਕੇ, ਹਿਰਦੇ ਵਿੱਚ ਸੰਭਾਲ ਕੇ, ਭਾਵ ਸਾਵਧਾਨ ਹੋ ਕੇ ਨਿਰਣਾ ਕਰ, ਵਿਚਾਰ ਕਰਕੇ ਦੇਖ। ਗੁਰਾਂ ਦੇ ਸ਼ਬਦ ਨੂੰ ਵਿਚਾਰ ਕੇ ਦੇਖ ਅਤੇ ਹਿਰਦੇ ਵਿੱਚ ਪਰਮੇਸ਼ਰ ਨੂੰ ਯਾਦ ਕਰ। ਬਾਨ ਫਿਰ ਥੱਕੇ ਬਨਵਾਸੀਆ, ਸਾਰੇ ਬਨਵਾਸੀ ਬਣਾ ਵਿੱਚ ਫਿਰਦੇ ਥੱਕ ਗਏ ਹਨ। ਉਸ ਪਰਮੇਸ਼ਰ ਨੂੰ ਭਾਲਣ ਵਾਲੇ, ਖੋਜਣ ਵਾਲੇ, ਲੱਭਣ ਵਾਲੇ ਸਾਰੇ ਬਣਾ ਵਿੱਚ ਫਿਰਦੇ ਥੱਕ ਗਏ ਹਨ, ਪਰ ਕਿਤੋਂ ਵੀ ਪਰਮਾਤਮਾ ਪ੍ਰਾਪਤ ਨਹੀਂ ਹੋਇਆ। ਇਸ ਲਈ ਪੇਰ ਗੁਰਮਤਿ ਹਿਰਦੈ ਨਿਹਾਲ। ਇਸ ਲਈ ਤੂੰ ਉਸ ਪਤੀ ਪਰਮਾਤਮਾ ਨੂੰ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਹਿਰਦੇ ਵਿੱਚ ਵੇਖ ਲੈਣਾ ਕਰ। ਉਹ ਪਰਮੇਸ਼ਰ ਹਿਰਦੇ ਦੇ ਵਿੱਚ ਹੀ ਵਸਦਾ ਹੈ। ਹਿਰਦੇ ਦੇ ਵਿੱਚੋਂ ਹੀ ਖੋਜਣਾ ਕਰ। ਕਿ ਜੋ ਜੰਗਲਾਂ ਦੇ ਵਿੱਚ, ਬਣਾ ਦੇ ਵਿੱਚ ਪਰਮੇਸ਼ਰ ਨੂੰ ਲੱਭਦੇ ਫਿਰਦੇ ਸਨ, ਪ੍ਰਾਪਤ ਕਰਨ ਵਾਸਤੇ ਫਿਰਦੇ ਸਨ, ਸਾਰੇ ਥੱਕ ਗਏ। ਇਸ ਲਈ ਤੂੰ ਉਸ ਪਤੀ ਪਰਮਾਤਮਾ ਨੂੰ ਗੁਰੂ ਦੀ ਸਿੱਖਿਆ ਦੁਆਰਾ ਹਿਰਦੇ ਵਿੱਚ ਵੇਖ ਲੈਣਾ ਕਰ। ਹਿਰਦੇ ਵਿੱਚ ਹੀ ਵਸ ਰਿਹਾ ਹੈ। ਮਨ ਕਰ ਹਲਾ ਗੁਰ ਗੋਬਿੰਦ ਸੰਭਾਲ ਰਹਾਉ। ਹੇ ਮੇਰੇ ਕਰ ਹਲਾ ਬੇਮਹਾਰੇ ਉੱਠਦੀ ਨਿਆਈ ਮਨਾ। ਸਤਿਗੁਰਾਂ ਦੁਆਰਾ ਗੋਬਿੰਦ, ਗੋ ਧਰਤੀ ਬਿੰਦ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਸੰਭਾਲ ਯਾਦ ਕਰ। ਮਨ ਕਰ ਹਲਾ ਗੁਰ ਗੋਬਿੰਦ ਸੰਭਾਲ। ਕਿ ਹੇ ਮੇਰੇ ਮਨਾ, ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਯਾਦ ਕਰ ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਉਚਾਰਨ ਕਰਦੇ ਹਨ, ਮਨ ਕਰ ਹਲਾ ਵਿਚਾਰੀਆ, ਮਨਮੁਖ ਫਾਥਿਆ ਮਹਾਜਾਲ। ਹੇ ਮੇਰੇ ਕਰ ਹਲੇ ਬੇਮਹਾਰੇ ਉੱਠਦੀ ਨਿਆਈ ਮਨਾ, ਤੂੰ ਆਪਣੇ ਆਪ ਨੂੰ ਵਿਚਾਰਵਾਨ ਕਹਾਉਂਦਾ ਹੈ। ਇਸ ਲਈ ਤੂੰ ਵੇਖ, ਮਨਮੁਖ ਲੋਕ ਤਾਂ ਮੋਹ ਰੂਪੀ ਵੱਡੇ ਜਾਲ ਵਿੱਚ ਫਾਥਿਆ ਫਸੇ ਹੋਏ ਹਨ। ਮਾਇਆ ਦੇ, ਕਾਲ ਦੇ, ਮੋਹ ਦੇ ਜਾਲ ਵਿੱਚ ਫਸੇ ਹੋਏ ਹਨ। ਕਿ ਹੇ ਮਨਾ, ਤੂੰ ਆਪਣੇ ਆਪ ਨੂੰ ਵਿਚਾਰਵਾਨ ਕਹਾਉਂਦਾ ਹੈ। ਇਸ ਲਈ ਤੂੰ ਵੇਖ, ਮਨਮੁਖ ਲੋਕ ਤਾਂ ਮੋਹ ਰੂਪੀ ਵੱਡੇ ਜਾਲ ਵਿੱਚ ਫਸੇ ਹੋਏ ਹਨ, ਮਾਇਆ ਦੇ ਜਾਲ ਵਿੱਚ ਫਸੇ ਹੋਏ ਹਨ, ਕਾਲ ਦੇ ਜਾਲ ਵਿੱਚ ਫਸੇ ਹੋਏ ਹਨ, ਮੋਹ ਦੇ ਜਾਲ ਵਿੱਚ ਫਸੇ ਹੋਏ ਹਨ। ਗੁਰਮੁਖ ਪ੍ਰਾਣੀ ਮੁਕਤ ਹੈ, ਹਰ ਹਰ ਨਾਮ ਸੰਭਾਲ। ਉਹ ਗੁਰਮੁਖ ਜਗਿਆਸੂ, ਗੁਰਮੁਖ ਪ੍ਰਾਣੀ ਮੁਕਤ ਹੈ, ਜੋ ਹਰ ਹਰ ਹਰੀ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕਰਦੇ ਹਨ, ਯਾਦ ਕਰਦੇ ਹਨ। ਉਹ ਗੁਰਮੁਖ, ਉਹ ਪ੍ਰਾਣੀ ਜੀਵ, ਉਹ ਜਗਿਆਸੂ ਮੁਕਤ ਹਨ, ਜੋ ਹਰ ਹਰ ਹਰੀ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕਰਦੇ ਹਨ, ਯਾਦ ਕਰਦੇ ਹਨ। ਯਾਦ ਕਰਨ ਵਾਲੇ ਮੁਕਤ ਹਨ। ਮਨ ਕਰ ਹਲਾ ਮੇਰੇ ਪਿਆਰਿਆ, ਸਤ ਸੰਗਤ ਸਤਿਗੁਰ ਭਾਲ। ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਹੇ ਮੇਰੇ ਕਰ ਹਰੇ ਬੇਮੁਹਾਰੇ ਉੱਠਦੀ ਨਿਆਈ ਮਨਾ,
ਤੂੰ ਪੂਰੇ ਸਤਿਗੁਰੂ ਸਾਹਿਬ ਜੀ ਦੀ ਸਤ ਸੰਗਤ ਨੂੰ ਖੋਜਣਾ ਕਰ। ਸਤ ਸੰਗਤ ਲੱਗ ਹਰ ਧਿਆਈ ਹੈ ਕਿ ਸਤ ਸੰਗਤ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ। ਜੋ ਹਰ ਹਰ ਚੱਲੈ ਤੇਰੇ ਨਾਲ, ਜੋ ਹਰੀ ਪਰਮੇਸ਼ਰ ਦਾ ਨਾਮ ਤੇਰੀ ਸਹਾਇਤਾ ਲਈ ਤੇਰੇ ਨਾਲ ਤੇਰੇ ਸਾਥ ਪਰਲੋਕ ਵਿੱਚ ਜਾਵੇਗਾ। ਮਨ ਕਰ ਹਲਾ ਬੜਭਾਗੀਆ, ਹੇ ਮੇਰੇ ਕਰ ਹਲੇ ਬੇਮਹਾਰੇ ਉੱਠਦੀ ਨਿਆਈ ਮਨਾ। ਹੇ ਮੇਰੇ ਬੜਭਾਗੀਆ ਵੱਡੇ ਭਾਗਾਂ ਵਾਲੇ ਮਨਾ। ਹਰ ਏਕ ਨਦਰ ਨਿਹਾਲ ਕਿ ਇੱਕ ਹਰੀ ਪਰਮੇਸ਼ਰ ਹੀ ਸਾਰਿਆਂ ਥਾਵਾਂ ਵਿੱਚ ਵਿਆਪਕ ਹੈ। ਆਪਣੀ ਗਿਆਨ ਦ੍ਰਿਸ਼ਟੀ ਨਾਲ ਉਸ ਨੂੰ ਵੇਖਣਾ ਕਰ। ਆਪ ਛਡਾਈ ਛੁੱਟੀ ਹੈ ਸਤਿਗੁਰ ਚਰਨ ਸੰਭਾਲ। ਜਿਨ੍ਹਾਂ ਨੂੰ ਪਰਮੇਸ਼ਰ ਆਪ ਛਡਾਉਂਦਾ ਹੈ ਉਹਨਾਂ ਦਾ ਹੀ ਛੁਟਕਾਰਾ ਹੁੰਦਾ ਹੈ। ਇਸ ਕਰਕੇ ਤੂੰ ਸਤਿਗੁਰਾਂ ਦੇ ਚਰਨਾਂ ਨੂੰ ਸੰਭਾਲਣਾ ਕਰ। ਮਨ ਕਰ ਹੱਲਾ ਮੇਰੇ ਪਿਆਰਿਆ, ਵਿੱਚ ਦੇਹੀ ਜੋਤ ਸੰਭਾਲ। ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਹੇ ਮੇਰੇ ਕਰ ਹਲੇ ਬੇਮਹਾਰੇ ਉੱਠਦੀ ਨਿਆਈ ਮਨਾ। ਮੇਰੇ ਪਿਆਰਿਆ ਮਨਾ, ਇਸ ਦੇਹੀ ਇਸ ਸਰੀਰ ਵਿੱਚ ਜੋ ਜੋਤ ਸਰੂਪ ਦਾ ਪ੍ਰਕਾਸ਼ ਹੈ ਉਸ ਨੂੰ ਸੰਭਾਲਣਾ ਕਰ। ਭਾਵ ਸਰੀਰ ਦੇ ਵਿੱਚ, ਸਰੀਰ ਦੇ ਅੰਦਰ ਜੋਤੀ ਰੂਪ ਦਾ ਪ੍ਰਕਾਸ਼ ਹੈ, ਜਿਸ ਨਾਲ ਅੱਖਾਂ ਵੇਖਦੀਆਂ ਹਨ, ਜਿਸ ਦੇ ਨਾਲ ਕੰਨ ਸੁਣਦੇ ਹਨ, ਜਿਸ ਦੇ ਨਾਲ ਜ਼ੁਬਾਨ ਬੋਲਦੀ ਹੈ, ਰਸਨਾ ਰਸ ਲੈਂਦੀ ਹੈ, ਹੱਥ ਪਕੜਦੇ ਹਨ, ਪੈਰ ਤੁਰਦੇ ਹਨ, ਮਨ ਸੰਕਲਪ ਉਠਾਉਂਦਾ ਹੈ। ਉਸ ਜੋਤੀ ਸਰੂਪ ਨੂੰ ਸੰਭਾਲਣਾ ਕਰ, ਯਾਦ ਕਰ। ਗੁਰ ਨੌ ਨਿਤ ਨਾਮ ਵਿਖਾਲਿਆ, ਹਰ ਦਾਤ ਕਰੀ ਦਇਆਲ। ਗੁਰੂ ਜੀ ਨੇ 9 ਨਿਧੀਆਂ ਦੇ ਦੇਣ ਵਾਲੇ ਨਾਮ ਪ੍ਰਗਟ ਕਰਕੇ ਦਿਖਾਇਆ ਹੈ। ਗੁਰ 9 ਨਿਧ ਨਾਮ ਦਿਖਾਲਿਆ ਕਿ ਗੁਰੂ ਜੀ ਨੇ 9 ਨਿਧੀਆਂ ਦੇ ਦੇਣ ਵਾਲਾ ਨਾਮ ਪ੍ਰਗਟ ਕਰਕੇ ਦਿਖਾਇਆ ਹੈ। ਹਰ ਦਾਤ ਕਰੀ ਦਇਆਲ ਕਿ ਇਹ ਦਿਆਲੂ ਹਰੀ ਪਰਮੇਸ਼ਰ ਨੇ ਬਖਸ਼ਿਸ਼ ਧਾਰਨਾ ਕੀਤੀ ਹੈ, ਦਾਤ ਦੇਣਾ ਕੀਤੀ ਹੈ। ਮਨ ਕਰ ਹਲਾ ਤੂੰ ਚੰਚਲਾ, ਚਤਰਾਈ ਛੱਡ ਬਿਕਰਾਲ। ਹੇ ਕਰ ਹਲੇ ਬੇਮਹਾਰੇ ਉੱਠਦੀ ਨਿਆਈ ਮਨਾ। ਤੂੰ ਬੜਾ ਚੰਚਲਾ ਚਾਤਰ ਹੋ ਰਿਹਾ ਹੈ, ਜਿਹੜੀਆਂ ਉੱਪਰੋਂ ਚਤਰਾਈਆਂ ਕਰਦਾ ਹੈ। ਇਹ ਭਿਆਨਕ ਚਤਰਾਈਆਂ ਨੂੰ ਤੂੰ ਛੱਡਣਾ ਕਰ। ਹਰ ਹਰ ਨਾਮ ਸੰਭਾਲ ਤੂੰ, ਹਰ ਮੁਕਤ ਕਰੇ ਅੰਤ ਕਾਲ। ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ, ਤੂੰ ਉਸ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਨਾ ਕਰੇਗਾ ਤਾਂ ਅੰਤ ਵੇਲੇ ਹਰੀ ਪਰਮੇਸ਼ਰ ਤੈਨੂੰ ਮੁਕਤ ਕਰ ਦੇਵੇਗਾ। ਮਨ ਕਰ ਹੱਲਾ ਬੜਭਾਗੀਆ, ਤੂੰ ਗਿਆਨ ਰਤਨ ਸੰਭਾਲ। ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਹੇ ਮੇਰੇ ਕਰ ਹਲੇ ਬੇਮਹਾਰੇ ਉੱਠਦੀ ਨਿਆਈ ਮਨਾ। ਹੇ ਮੇਰੇ ਬੜਭਾਗੀਆ ਵੱਡੇ ਭਾਗਾਂ ਵਾਲਿਆ ਮਨਾ। ਜੋ ਪਰਮੇਸ਼ਰ ਦਾ ਗਿਆਨ ਰਤਨ ਦੀ ਨਿਆਈ ਅਮੋਲਕ ਹੈ, ਇਸ ਨੂੰ ਤੂੰ ਹਿਰਦੇ ਦੇ ਅੰਦਰ ਸੰਭਾਲਣਾ ਕਰ। ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰੇ ਅੜਾ ਜਮਕਾਲ। ਹੇ ਮਨਾ ਵੇਖਣਾ ਕਰ, ਜਿਨ੍ਹਾਂ ਨੇ ਗੁਰੂ ਸਾਹਿਬਾਂ ਪਾਸੋਂ ਗਿਆਨ ਅਪਰੋਖ ਗਿਆਨ ਰੂਪੀ ਕਿਰਪਾਨ ਲੈ ਕੇ ਬੁੱਧ ਰੂਪੀ ਹੱਥ ਵਿੱਚ ਧਾਰਨ ਕੀਤੀ ਹੈ, ਉਹਨਾਂ ਨੇ ਜਮ ਅਤੇ ਜੰਮਣ ਮਰਨ ਦੇ ਸਮੇਂ ਨੂੰ ਵੀ ਮਾਰ ਲਿਆ ਹੈ। ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵਹਿ ਬਾਹਰ ਭਾਲ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਕਰ ਹਲੇ ਬੇਮਹਾਰੇ ਉੱਠ ਦੀ ਤਰ੍ਹਾਂ ਮਨਾ। ਆਪਣੇ ਖਜ਼ਾਨੇ ਮਨ ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵਹਿ ਬਾਹਰ ਭਾਲ। ਹੇ ਮੇਰੇ ਬੇਮਹਾਰੇ ਸੂਤਰ ਮਨਾ, ਸਾਰੇ ਖਜ਼ਾਨੇ ਤੇਰੇ ਅੰਦਰ ਹੀ ਹਨ।
ਤੂੰ ਬਾਹਰ ਸੰਸਾਰ ਵਿੱਚ ਭਾਲਦਾ ਹੋਇਆ ਭਰਮਦਾ ਫਿਰਦਾ ਹੈ। ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ। ਹੇ ਮਨਾ ਵੇਖ, ਜਿਨ੍ਹਾਂ ਨੂੰ ਪੂਰਨ ਸਤਿਗੁਰੂ ਪਰਮੇਸ਼ਰ ਮਿਲਿਆ ਹੈ, ਉਹਨਾਂ ਨੇ ਹਰੀ ਸੱਜਣ ਸਰੀਰ ਦੇ ਨਾਲ ਹੀ ਲੱਭ ਲਿਆ ਹੈ। ਰੰਗ ਰਤੜੇ ਮਨ ਕਰਹ ਲੈ ਹਰ ਰੰਗ ਸਦਾ ਸੰਭਾਲ। ਹੇ ਦੁਨੀਆ ਦੇ ਰੰਗ ਵਿੱਚ ਰੰਗੇ ਹੋਏ ਬੇਮੁਹਾਰੇ ਸੂਤਰ ਮਨਾ, ਤੂੰ ਪਰਮੇਸ਼ਰ ਦੇ ਰੰਗ ਨੂੰ ਹਮੇਸ਼ਾ ਸੰਭਾਲਣਾ ਕਰ। ਹਰ ਰੰਗ ਕਦੇ ਨਾ ਉਤਰੈ, ਜੇਕਰ ਹਰੀ ਪਰਮੇਸ਼ਰ ਦਾ ਪ੍ਰੇਮ ਰੰਗ ਤੈਨੂੰ ਚੜ ਗਿਆ, ਫਿਰ ਕਦੇ ਵੀ ਤੇਰੇ ਅੰਦਰੋਂ ਨਹੀਂ ਉਤਰੇਗਾ। ਗੁਰ ਸੇਵਾ ਸ਼ਬਦ ਸੰਭਾਲ, ਇਸ ਲਈ ਤੂੰ ਗੁਰਾਂ ਦੀ ਸੇਵਾ ਅਤੇ ਉਪਦੇਸ਼ ਨੂੰ ਸੰਭਾਲਣਾ ਕਰ। ਬਾਣੀ ਦੇ ਉਪਦੇਸ਼ ਨੂੰ ਹਮ ਪੰਖੀ ਮਨ ਕਰ ਹਲੇ ਹਰ ਤਰਬਰ ਪੁਰਖ ਅਕਾਲ। ਹੇ ਮੇਰੇ ਬੇਮੁਹਾਰੇ ਉੱਠਦੀ ਨਿਆਈ ਮਨਾ, ਤਮਾਮ ਜਿੰਨੇ ਜੀਵ ਜੰਤ ਹਨ ਸਭ ਪੰਛੀਆਂ ਦੀ ਨਿਆਈ ਹਨ, ਅਤੇ ਹਰੀ ਅਕਾਲ ਪੁਰਖ ਤਰਬਰ ਬ੍ਰਿਸ਼ ਦੀ ਨਿਆਈ ਹੈ। ਆਪਾਂ ਉਸ ਦੇ ਆਸਰੇ ਰਹਿਣ ਵਾਲੇ ਹਾਂ, ਉਸ ਦੇ ਵਿੱਚੋਂ ਹੀ ਗਿਆਨ ਰੂਪੀ ਫਲ ਖਾਣੇ ਹਨ, ਉਸ ਦੇ ਵਿੱਚ ਹੀ ਪ੍ਰੇਮ ਰੂਪੀ ਫੁੱਲ ਗ੍ਰਹਿਣ ਕਰਨੇ ਹਨ। ਬੜਭਾਗੀ ਗੁਰਮੁਖ ਪਾਇਆ, ਜਨ ਨਾਨਕ ਨਾਮ ਸੰਭਾਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਬੜਭਾਗੀ ਵੱਡਿਆਂ ਭਾਗਾਂ ਵਾਲਿਆਂ ਗੁਰਮੁਖਾਂ ਨੇ ਗੁਰਾਂ ਦੁਆਰਾ ਨਾਮ ਨੂੰ ਸੰਭਾਲਣਾ ਕੀਤਾ ਹੈ, ਭਾਵ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕੀਤਾ ਹੈ। ਕਿ ਹਮ ਪੰਖੀ ਮਨ ਕਰ ਹਲੇ ਹਰ ਤਰਬਰ ਪੁਰਖ ਅਕਾਲ। ਹੇ ਮੇਰੇ ਬੇਮੁਹਾਰੇ ਉੱਠਦੀ ਨਿਆਈ ਮਨਾ, ਤਮਾਮ ਜਿੰਨੇ ਜੀਵ ਜੰਤ ਹਨ ਸਭ ਪੰਛੀਆਂ ਦੀ ਨਿਆਈ ਹਨ, ਅਤੇ ਹਰੀ ਅਕਾਲ ਪੁਰਖ ਬ੍ਰਿਸ਼ ਦੀ ਨਿਆਈ ਹੈ। ਆਪਾਂ ਉਸ ਦੇ ਆਸਰੇ ਰਹਿਣ ਵਾਲੇ ਹਾਂ, ਉਸ ਦੇ ਵਿੱਚੋਂ ਹੀ ਗਿਆਨ ਰੂਪੀ ਫਲ ਖਾਣੇ ਹਨ, ਉਸ ਦੇ ਵਿੱਚ ਹੀ ਪ੍ਰੇਮ ਰੂਪੀ ਫੁੱਲ ਗ੍ਰਹਿਣ ਕਰਨੇ ਹਨ। ਬੜਭਾਗੀ ਗੁਰਮੁਖ ਪਾਇਆ, ਜਨ ਨਾਨਕ ਨਾਮ ਸੰਭਾਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਵੱਡਿਆਂ ਭਾਗਾਂ ਵਾਲੇ ਗੁਰਮੁਖਾਂ ਨੇ ਗੁਰਾਂ ਦੁਆਰਾ ਨਾਮ ਨੂੰ ਸੰਭਾਲਣਾ ਕੀਤਾ ਹੈ, ਭਾਵ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕੀਤਾ ਹੈ। ਕਿ ਉਹਨਾਂ ਨੇ ਹੀ ਪਰਮੇਸ਼ਰ ਦੇ ਦਰਗਾਹ ਵਿੱਚ ਇੱਜ਼ਤ ਪ੍ਰਾਪਤ ਕੀਤੀ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸਮਾਂ ਹੋ ਚੁੱਕਿਆ ਹੈ, 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ, ਅਰਦਾਸ ਬੇਨਤੀ ਕਰੀਏ ਮਹਾਰਾਜ ਕਿਰਪਾ ਕਰਨ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲਿਖ